फरीदा जंगल जंगल क्या भवें, वण कंडा मोड़े, वसी रब हयालिए, जंगल क्या ढूंढे। धन अक्सर मनुख घर तो बाहर ही ਲੱਭਦਾ ਹੈ। ਪਦਾਰਥਾਂ ਦੀ ਭਾਲ ਮਨੁੱਖ ਬਾਹਰ ਹੀ ਕਰਦਾ ਹੈ। ਇਸੇ ਤੋਂ ਭੁਲੇਖਾ ਪੈ ਜਾਂਦਾ ਹੈ ਸ਼ਾਇਦ ਰੱਬ ਵੀ ਬਾਹਰ ਹੈ, ਪਰਮਾਤਮਾ ਵੀ ਬਾਹਰ ਹੈ। ਚਲੋ ਪਦਾਰਥ ਧਨ ਬਾਜ਼ਾਰ ਦੇ ਚੋਂ ਲੱਭੇਗਾ, ਸ਼ਾਇਦ ਧਰਮ ਪਰਮਾਤਮਾ ਦਾ ਨਾਂ, ਖੁਦਾ ਦਾ ਨਾਂ ਜੰਗਲਾਂ ਦੇ ਚੋਂ ਲੱਭੇਗਾ। ਪਰ ਬਾਬਾ ਫਰੀਦ ਆਪਣੇ ਅਨੁਭਵ ਦੇ ਆਧਾਰ 'ਤੇ ਕਹਿ ਰਹੇ ਨੇ, ਜੰਗਲ ਜੰਗਲ ਦੇ 'ਚ ਭਟਕ ਕੇ ਕੀ ਕੰਡਿਆਂ 'ਚ ਮੂੰਹ ਮਾਰਦਾ ਫਿਰਦਾ ਹੈ, ਉਹ ਤੇ ਤੇਰੇ ਅੰਦਰ ਹੈ। ਤੂੰ ਅੰਦਰ ਝਾਤ ਮਾਰ, ਧਿਆਨ ਦੇ 'ਚ ਜੁੜ, ਉਸਦੇ ਨਾਮ ਨੂੰ ਜਪ ਕੇ ਆਪਣੀ ਸੁਰਤ ਨੂੰ ਅੰਤਰਮੁਖੀ ਕਰ, ਤੈਨੂੰ ਉੱਥੇ ਪ੍ਰਾਪਤੀ ਹੋ ਜਾਏਗੀ, ਤੈਨੂੰ ਲੱਭ ਜਾਏਗਾ। ਆਪ ਅਗਾਂਹ ਚੱਲ ਕੇ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ, ਫਰੀਦਾ ਇੰਨੀ ਨਿੱਕੀ ਜੰਗੀਏ, ਥਲ ਡੂੰਗਰ ਭੋਇਮ, ਅੱਜ ਫਰੀਦੇ ਕੂਜੜਾ, ਸੈਕੋ ਹਾਥੀਓ। ਬਾਬਾ ਫਰੀਦ ਬਿਰਧ ਹੋ ਗਏ, ਕਾਇਆ ਨਿਰਬਲ ਹੋ ਗਈ, ਹੱਥ ਕੰਬਣ ਲੱਗ ਪਏ, ਪੈਰਾਂ 'ਚ ਵੀ ਕੰਬੜੀ। ਕਹਿੰਦੇ ਨੇ ਇਹਨਾਂ ਛੋਟੀਆਂ ਜੀਆਂ ਲੱਤਾਂ ਦੇ ਨਾਲ ਮੈਂ ਬੜੇ ਬੜੇ ਪਹਾੜਾਂ 'ਤੇ ਡੂੰਗਰਾਂ 'ਤੇ ਭਰਮਣ ਕਰ ਆਉਂਦਾ ਸੀ। ਛਾਲ ਮਾਰ ਕੇ ਮੈਂ ਪਹਾੜਾਂ ਨੂੰ ਅਬੂਰ ਕਰ ਲੈਂਦਾ ਸੀ। ਕੋਲ ਪਿਆ ਕੂਜ਼ਾ, ਵੁਜ਼ੂ ਸਾਜਣਾ ਹੈ, ਪਰ ਕੋਲ ਪਏ ਇਸ ਕੂਜ਼ੇ ਨੂੰ ਵੀ ਚੁੱਕਣਾ ਅਤੇ ਵਜ਼ੂ ਕਰਨਾ ਮੇਰੇ ਲਈ ਔਖਾ ਹੋ ਗਿਆ, ਕਠਿਨ ਹੋ ਗਿਆ। ਫਰੀਦਾ ਰਾਤੀ ਵੱਡੀਆਂ, ਦੁੱਖ ਦੁੱਖ ਉੱਠਣ ਪਾਸ, ਧ੍ਰਿਗ ਤਿਨਾਂ ਦਾ ਜੀਵਿਆ, ਜਿਨ੍ਹਾਂ ਵਿਡਾਣੀ ਆਸ। रात बहुत लंबी हो गई है और एक सच्चाई है, दुख दे समा बहुत लंबा हो जाता है, सुख दे समा छोटा हो जाता है, परम आनंद दे समा खो जाता है। समय नूं नापण दा ढंग एक बैरूनी है, बाहरों है। हथ ते बनी हुई घड़ी नूं वेख के समा वेखना, धुप छां ਨੂੰ ਵੇਖ ਕੇ ਅੰਦਾਜ਼ਾ ਲਾਣਾ ਹੁਣ ਦਿਨ ਦੇ ਕਿੰਨੇ ਪੈਰ ਹੋ ਚੁੱਕੇ ਨੇ, ਕਿੰਨਾ ਕੁ ਵਕਤ ਹੋ ਗਿਆ। ਤੋ ਵਕਤ ਨੂੰ ਨਾਪਣ ਦਾ ਇੱਕ ਢੰਗ ਬੈਰੂਨੀ ਹੈ, ਵਕਤ ਨੂੰ ਸਮੇਂ ਨੂੰ ਨਾਪਣ ਦਾ ਇੱਕ ਢੰਗ ਅੰਦਰੂਨੀ ਹੈ। ਬਾਹਰ ਦਾ ਤੇ ਇਹ ਹੈ ਕਿ ਸੂਰਜ ਉਦੈ ਹੋ ਰਿਹਾ, ਦਿਨ ਦਾ ਪਹਿਲਾ ਪਹਿਰ ਹੈ, ਸਿਰ 'ਤੇ ਆ ਗਿਆ ਦੁਪਹਿਰ ਹੈ, ਸੂਰਜ ਢਲ ਗਿਆ ਤੇ ਪਹਿਰ ਹੈ, ਸੂਰਜ ਗਰੂਬ ਹੋ ਗਿਆ, ਰਾਤ ਦਾ ਚੌਥਾ ਪਹਿਰ ਰੁਖਸਤ ਹੋ ਗਿਆ, ਰਾਤ ਦਾ ਪਹਿਲਾ ਪਹਿਰ ਆਰੰਭ ਹੋ ਗਿਆ। ਇਹ ਸਮੇਂ ਨੂੰ ਨਾਪਣ ਤੋਲਣ ਦਾ ਬੈਰੂਨੀ ਢੰਗ ਹੈ, ਪਰ ਅੰਦਰੂਨੀ ਢੰਗ ਹੈ। ਦੁੱਖ ਦੇ ਸਮਾਂ ਬਹੁਤ ਲੰਬਾ ਹੋ ਜਾਂਦਾ ਹੈ, ਪੀੜਾ ਦੇ 'ਚ, ਵੇਦਨਾ ਦੇ 'ਚ, ਹੌਕਿਆਂ ਦੇ 'ਚ, ਵਿਛੋੜੇ ਦੀ ਤਪਸ਼ ਦੇ 'ਚ ਸਮਾਂ ਬਹੁਤ ਲੰਬਾ ਹੋ ਜਾਂਦਾ ਹੈ। ਸੁੱਖ ਦੇ 'ਚ ਸਮਾਂ ਬਹੁਤ ਛੋਟਾ ਹੋ ਜਾਂਦਾ ਹੈ, ਔਰ ਪਰਮ ਆਨੰਦ ਦੇ 'ਚ ਸਮਾਂ ਖੋ ਜਾਂਦਾ ਹੈ, ਸਮਾਧੀ ਦੇ ਸਮਾਂ ਖੋ ਜਾਂਦਾ ਹੈ। ਪਰ ਸਭ ਤੋਂ ਵੱਡਾ ਦੁੱਖ ਕਿੱਥੇ ਆਉਂਦਾ ਹੈ? ਜਿੱਥੇ ਕਿ ਵਕਤ ਬਹੁਤ ਲੰਬਾ ਹੋ ਜਾਂਦਾ ਹੈ। ਵਿਡਾਣੀ ਆਸ, ਖੁਦਾ ਨੂੰ ਛੱਡ ਕੇ, ਇੱਕ ਈਸ਼ਵਰ ਨੂੰ ਛੱਡ ਕੇ ਜੋ ਹੋਰ ਕਿਸੇ ਆਸ ਦੇ ਉੱਤੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਬਾਬਾ ਫਰੀਦ ਕਹਿੰਦੇ ਨੇ, ਰਾਤ ਬਹੁਤ ਲੰਬੀ ਹੋ ਜਾਂਦੀ ਹੈ, ਸਮਾਂ ਬਹੁਤ ਲੰਬਾ ਹੋ ਜਾਂਦਾ ਹੈ,
ਕਟਿਆਂ ਕਟਦਾ ਨਹੀਂ। ਦ੍ਰਿਗ ਤੇ ਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਜੋ ਖੁਦਾ ਨੂੰ ਛੱਡ ਕੇ ਕਿਸੇ ਹੋਰ ਆਸ 'ਤੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ, ਲਾਨਤ ਹੈ ਉਹਨਾਂ 'ਤੇ। ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਪਾਤਸ਼ਾਹ ਦੀ ਬਾਣੀ ਕਹਿ ਰਹੀ ਹੈ, ਇੱਕ ਦੀ ਆਸਾ ਕਰੀਏ, ਉਸ 'ਤੇ ਹੀ ਪੂਰਾ ਭਰੋਸਾ ਅਤੇ ਯਕੀਨ ਕਰੀਏ, ਤਾਂ ਜੀਵਨ ਵਿੱਚ ਸੁੱਖ ਦਾ ਸੂਰਜ ਉਦੇ ਹੋ ਜਾਂਦਾ ਹੈ। ਵਿਡਾਣੀ ਆਸ 'ਤੇ ਜੀਵੀ ਹੈ ਤਾਂ ਅੰਧਕਾਰ ਅੰਧਕਾਰ ਹੀ ਹੈ, ਠੋਕਰਾਂ ਹੀ ਠੋਕਰਾਂ ਹਨ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇਣਿਆ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ। ਘਰ ਵਿੱਚ ਪ੍ਰਾਹੁਣੇ ਆ ਗਏ ਨੇ, ਔਰ ਪ੍ਰਾਹੁਣੇ ਵੀ ਮਿੱਤਰ, ਔਰ ਲਾਜ਼ਮੀ ਹੈ ਕਿਸੇ ਸੰਤ ਦੇ ਘਰ ਸੰਤ ਹੀ ਪ੍ਰਾਹੁਣੇ ਆਉਣਗੇ। ਕਿਸੇ ਫਕੀਰ ਦੇ ਘਰ ਫਕੀਰਾਂ ਨੇ ਹੀ ਮਹਿਮਾਨ ਬਣਨਾ ਹੈ। ਤਾਂ ਆਪ ਕਹਿੰਦੇ ਨੇ, ਮਿੱਤਰ ਆਏ ਨੇ ਘਰ ਵਿੱਚ, ਜੇ ਮੈਂ ਕੁਝ ਚੀਜ਼ ਛੁਪਾ ਕੇ ਰੱਖ ਦਿੱਤੀ ਹੈ, ਓਲੇ ਕਰ ਦਿੱਤੀ ਹੈ, ਐਸੀ ਹਾਲਤ ਵਿੱਚ ਮੈਨੂੰ ਐਸਾ ਮਹਿਸੂਸ ਹੁੰਦਾ ਹੈ ਜਿਵੇਂ ਇਹ ਤਨ ਭਖਦੇ ਹੋਏ ਅੰਗਾਰਿਆਂ 'ਤੇ ਜਲ ਰਿਹਾ ਹੈ। ਭਾਵ ਜਦ ਫਕੀਰ ਦੇ ਘਰ ਫਕੀਰ ਆਵੇ, ਸੱਜਣ ਦੇ ਘਰ ਸੱਜਣ ਆਵੇ, ਕੁਛ ਵੀ ਓਲੇ ਨਹੀਂ ਰੱਖਣਾ ਚਾਹੀਦਾ, ਸਭ ਕੁਝ ਉਸ ਤੋਂ ਸਦਕੇ ਕਰਨਾ ਚਾਹੀਦਾ ਹੈ, ਕੁਰਬਾਨ ਕਰਨਾ ਚਾਹੀਦਾ ਹੈ। ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ, ਪੈਂਦਾ ਲੋੜੇ ਪੱਟ। ਜੀਵਨ ਕਰਮ ਭੂਮੀ ਹੈ। ਇਸ ਦੀ ਜੋ ਕਰਮਾਂ ਦਾ ਬੀਜ ਬੋਈਏ, ਉਹੀ ਕੁਛ ਪੈਦਾ ਹੁੰਦਾ ਹੈ। ਐਸੇ ਕੁਛ ਕਰਮ ਨੇ ਜਿਸ ਤੋਂ ਦੁੱਖ ਪੈਦਾ ਹੁੰਦਾ ਹੈ, ਐਸੇ ਕੁਛ ਕਰਮ ਨੇ ਜਿਸ ਤੋਂ ਆਨੰਦ ਪੈਦਾ ਹੁੰਦਾ ਹੈ। ਕਿਹੜੇ ਕਰਮਾਂ ਤੋਂ ਦੁੱਖ ਪੈਦਾ ਹੁੰਦਾ ਹੈ? ਜਿਨ੍ਹਾਂ ਕੀਤੇ ਕਰਮਾਂ ਕਰਕੇ ਕਿਸੇ ਨੂੰ ਦੁੱਖ ਮਿਲ ਗਿਆ, ਕਿਸੇ ਦੂਸਰੇ ਨੂੰ ਦੁੱਖ ਮਿਲ ਗਿਆ, ਇਹਨਾਂ ਕਰਮਾਂ ਤੋਂ ਆਪਣੇ ਲਈ ਵੀ ਦੁੱਖ ਪੈਦਾ ਹੋਵੇਗਾ। ਪਰ ਜਿਨ੍ਹਾਂ ਕਰਮਾਂ ਤੋਂ ਕਿਸੇ ਨੂੰ ਕੁਛ ਮਿਲ ਗਿਆ, ਕੁਛ ਵੀ ਮਿਲਿਆ ਹੋਵੇ, ਗਿਆਨ ਮਿਲਿਆ ਹੋਵੇ, ਕਲਾ ਮਿਲੀ ਹੋਵੇ, ਸਕੂਨ ਮਿਲਿਆ ਹੋਵੇ, ਸ਼ਾਂਤੀ ਮਿਲੀ ਹੋਵੇ, ਧਨ ਮਿਲਿਆ ਹੋਵੇ, ਸੰਪਦਾ ਮਿਲੀ ਹੋਵੇ, ਸੁੱਖ ਮਿਲਿਆ ਹੋਵੇ, ਇੱਜ਼ਤ ਮਾਣ ਮਰਿਆਦਾ ਮਿਲੀ ਹੋਵੇ, ਸਾਡੇ ਜਿਸ ਕਰਮ ਤੋਂ ਜਿਸ ਨੂੰ ਕੁਛ ਮਿਲਿਆ, ਇਸ ਤੋਂ ਸੁੱਖਾਂ ਦੀ ਪ੍ਰਾਪਤੀ ਆਉਂਦੀ ਹੈ। ਪਰ ਸਾਡੇ ਜਿਸ ਕਰਮ ਨੇ ਕਿਸੇ ਦਾ ਕੁਛ ਖੋਹ ਲਿਆ, ਔਰ ਕੋਈ ਰੋਣ 'ਤੇ ਮਜਬੂਰ ਹੋ ਗਿਆ, ਦੁਖੀ ਹੋ ਗਿਆ, ਇਹਨਾਂ ਕਰਮਾਂ ਤੋਂ ਸਿਵਾਏ ਦੁੱਖਾਂ ਦੇ ਫਲ 'ਤੇ ਹੋਰ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਬਾਬਾ ਫਰੀਦ ਕਹਿੰਦੇ ਨੇ, ਇਹ ਅਜਾਣ ਜੱਟ ਨਾਦਾਨ ਜੱਟ, ਬੀਜਦਾ ਤੇ ਕਿੱਕਰ ਹੈ, ਬੂਟੇ ਤੇ ਕਿੱਕਰਾਂ ਦੇ ਲਾਂਦਾ ਹੈ, ਪਰ ਲੋੜੇ ਦਾਖ ਬਿਜੋਰੀਆਂ। ਬਲੂਚਿਸਤਾਨ ਦਾ ਇੱਕ ਇਲਾਕਾ ਬਿਜੌਰ, ਜਿੱਥੋਂ ਦੀ ਦਾਖ, ਜਿੱਥੋਂ ਦੇ ਅੰਗੂਰ ਬੜੇ ਮਸ਼ਹੂਰ, ਬਹੁਤ ਮਸ਼ਹੂਰ। ਸਵਾਤ ਰਿਆਸਤ ਤੋਂ ਪਰੇ ਦਾ ਇਲਾਕਾ ਬਲੋਚਿਸਤਾਨ, ਲੱਭਦਾ ਹੈ ਬਿਜੌਰੀ ਦਾਖ, ਪਰ ਬੀਜਦਾ ਹੈ ਕਿੱਕਰ, ਮੰਗਦਾ ਹੈ ਰੇਸ਼ਮ, ਪਰ ਕੱਤਦਾ ਹੈ ਉੱਨ। ਭਾਵ ਕਰਮ ਕੁਛ ਕਰਦਾ ਹੈ, ਮੰਗਦਾ ਕੁਛ ਹੈ, ਪਰ ਕੌਣ ਦੱਸੇ? ਆਨੰਦ ਤੇ ਸੁੱਖ ਉਨ੍ਹਾਂ ਹੀ ਕਰਮਾਂ ਤੋਂ ਮਿਲਦਾ ਹੈ ਜਿਸ ਕੀਤੇ ਕਰਮ ਤੋਂ ਕਿਸੇ ਨੂੰ ਸੁੱਖ ਮਿਲੇ, ਕਿਸੇ ਨੂੰ ਆਨੰਦ ਮਿਲੇ। ਉਨ੍ਹਾਂ ਹੀ ਕਰਮਾਂ ਤੋਂ ਆਪਣੇ ਨੂੰ ਆਨੰਦ ਮਿਲਦਾ ਹੈ, ਆਪਣੇ ਨੂੰ ਸੁੱਖ ਮਿਲਦਾ ਹੈ। ਕਿਸੇ ਨੂੰ ਸੁੱਖ ਦਿੱਤੇ ਬਿਨਾਂ ਸੁੱਖ ਪ੍ਰਾਪਤ ਕਰਨਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਬਾਬਾ ਫਰੀਦ ਇਸ ਸ਼ਲੋਕ ਦੇ ਰਾਹੀਂ ਇਹ ਕੁਝ ਸਮਝਾ ਰਹੇ ਨੇ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ, ਚਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ।
ਰਸਤੇ 'ਚ ਬਾਰਿਸ਼ ਕਰਕੇ ਬਹੁਤ ਚਿੱਕੜ ਹੈ, ਹਰ ਗਲੀ ਦੇ ਚਿੱਕੜ ਹੈ, ਪਿਆਰੇ ਨੂੰ ਮਿਲਣ ਦੀ ਤਾਂਘ ਹੈ, ਚਿੱਕੜ 'ਚੋਂ ਲੰਘਣਾ ਬੜਾ ਔਖਾ ਹੈ। ਔਰ ਚਿੱਕੜ ਵੱਧਦਾ ਜਾ ਰਿਹਾ ਹੈ ਕਿਉਂਕਿ ਬਾਰਿਸ਼ ਜ਼ਿਆਦਾ ਹੋ ਰਹੀ ਹੈ। ਕਾਸ਼ ਬੈਰੂਨੀ ਗਲੀਆਂ ਦੇ ਚਿੱਕੜ ਹੋਵੇ ਤਾਂ ਮਨੁੱਖ ਕਿਸੇ ਨਾ ਕਿਸੇ ਤਰੀਕੇ ਨਾਲ ਲੰਘ ਕੇ ਗਲੀ ਅਬੂਰ ਕਰ ਸਕਦਾ ਹੈ, ਪਾਰ ਕਰ ਸਕਦਾ ਹੈ। ਪਰ ਇੰਦਰੀਆਂ ਦੀ ਗਲੀ ਦੇ ਚਿੱਕੜ ਹੋਵੇ, ਅੱਖਾਂ ਦੇ ਚਿੱਕੜ ਹੋਵੇ, ਪਰ ਤਰੀਆ ਵੇਖਣ ਦਾ, ਪਰ ਧਨ ਵੇਖਣ ਦਾ, ਕੰਨਾਂ ਦੇ ਚਿੱਕੜ ਹੋਵੇ ਪਰ ਨਿੰਦਾ ਸੁਣਨ ਦਾ, ਰਸਨਾ ਦੇ ਚਿੱਕੜ ਹੋਵੇ ਮਿਥਿਆ ਬੋਲਣ ਦਾ, ਔਰ ਇਸ ਤਰ੍ਹਾਂ ਮਨ ਦੇ ਚਿੱਕੜ ਹੋਵੇ ਗਲਤ ਸੋਚਣ ਦਾ, ਤਾਂ ਕਿਵੇਂ ਲੰਘਿਆ ਜਾਏ, ਕਿਵੇਂ ਬੰਦਗੀ ਕੀਤੀ ਜਾਏ। ਚੱਲਦਾ ਹਾਂ ਕੰਬਲੀ ਭਿੱਜਦੀ ਹੈ, ਭਾਵ ਜਿਤਨਾ ਚੱਲਦਾ ਹਾਂ ਅੰਦਰ ਬਾਰੀਕੀ ਤੇ ਪੈਦਾ ਹੁੰਦੀ ਹੈ, ਪਰ ਉਤਨੀਆਂ ਹੀ ਅੱਖਾਂ ਪਰਤਨ ਤੇ ਪ੍ਰਭਾਵਿਤ ਹੁੰਦੀਆਂ ਨੇ। ਮੂੜ ਮਨੁੱਖ ਇਤਨਾ ਸੁਪਨ ਤੋਂ ਪ੍ਰਭਾਵਿਤ ਨਹੀਂ ਹੁੰਦਾ ਜਿਤਨਾ ਸਿਆਣਾ ਪ੍ਰਭਾਵਿਤ ਹੁੰਦਾ ਹੈ। ਮੂੜ ਬੰਦਾ ਇਤਨਾ ਸੰਸਾਰ ਦੇ ਪਦਾਰਥਾਂ ਤੋਂ ਪ੍ਰਭਾਵਿਤ ਨਹੀਂ ਆਉਂਦਾ ਜਿਤਨਾ ਇੱਕ ਸਿਆਣਾ ਹੁੰਦਾ ਹੈ। ਜਿਤਨੀ ਉਸਦੀ ਸਿਆਣੀ ਅਕਲ ਹੁੰਦੀ ਜਾਏਗੀ, ਜਿਤਨੀ ਉਸਦੀ ਸੋਚ ਸ਼ਕਤੀ ਵੱਧਦੀ ਜਾਏਗੀ, ਉਤਨਾ ਹੀ ਜ਼ਿਆਦਾ ਉਸਦੇ ਉੱਤੇ ਸੰਸਾਰ ਦਾ ਪ੍ਰਭਾਵ ਪੈਂਦਾ ਜਾਏਗਾ, ਕਿਉਂਕਿ ਹਰ ਵਸਤੂ ਦੀ ਉਸਨੂੰ ਸਮਝ ਪੈਂਦੀ ਜਾ ਰਹੀ ਹੈ, ਹਰ ਵਸਤੂ ਦੇ ਰਸ ਦਾ ਉਸਨੂੰ ਪਤਾ ਚੱਲਦਾ ਜਾ ਰਿਹਾ ਹੈ, ਔਰ ਹਰ ਵਸਤੂ ਉਸਨੂੰ ਪ੍ਰਭਾਵਿਤ ਕਰਦੀ ਜਾ ਰਹੀ ਹੈ। ਦੁਨੀਆ ਦੇ ਵਿੱਚ ਸੁਪਨ ਤੋਂ ਪ੍ਰਭਾਵਿਤ ਚੋਟੀ ਦੇ ਮਹਾਨ ਆਲਮ ਫਾਜ਼ਲ ਹੀ ਹੋਏ ਨੇ। ਤਾਂ ਬਾਬਾ ਫਰੀਦ ਕਹਿੰਦੇ ਨੇ, ਅਗਰ ਮੈਂ ਚੱਲਦਾ ਹਾਂ ਤਾਂ ਅੱਖਾਂ ਦਾ ਚਿੱਕੜ ਵੱਧਦਾ ਹੈ, ਕੰਨਾਂ ਦਾ ਚਿੱਕੜ ਵੱਧਦਾ ਹੈ, ਰਸਨਾ ਤੇ ਮਨ ਦਾ ਚਿੱਕੜ ਵੱਧਦਾ ਹੈ, ਤੇ ਜੇ ਨਾ ਚੱਲਾਂ ਤਾਂ ਪਿਆਰ ਟੁੱਟਦਾ ਹੈ, ਖੁਦਾ ਦਾ ਸਨੇਹ ਟੁੱਟਦਾ ਹੈ। ਤਾਂ ਆਖਰ ਫਰੀਦ ਦਾ ਫੈਸਲਾ, ਭਿੱਜੋ ਸਿੱਜੋ ਕੰਬਲੀ ਅੱਲੋ ਵਰਸੇ ਮੈਂ, ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਈ ਨੇ। ਬਾਰਿਸ਼ ਆਉਂਦੀ ਏ ਤੇ ਹੋਣ ਦਿਓ, ਚਿੱਕੜ ਵੱਧਦਾ ਹੈ ਤੇ ਵੱਧਣ ਦਿਓ, ਔਰ ਚਿੱਕੜ ਨਾਲ ਇਹ ਕੰਬਲੀ, ਇਹ ਜੀਵਨ ਦਾ ਝੋਲਾ ਲਿਬੜਦਾ ਹੈ ਤੇ ਲਿਬੜਨ ਦਿਓ। ਖੁਦਾ ਨੂੰ ਯਾਦ ਕਰਦਿਆਂ ਸੰਸਾਰ ਯਾਦ ਆਉਂਦਾ ਹੈ ਤੇ ਆਉਣ ਦਿਓ। ਪਰਮਾਤਮਾ ਨੂੰ ਚੇਤੇ ਕਰਦਿਆਂ ਅਗਰ ਪਦਾਰਥ ਯਾਦ ਆਉਂਦੇ ਨੇ ਤੇ ਆਉਣ ਦਿਓ। ਧਰਮ ਮੰਦਰ ਵਿੱਚ ਜਾਂਦਿਆਂ ਜੇ ਧਨ ਚੇਤੇ ਆਉਂਦਾ ਹੈ ਤੇ ਆਉਣ ਦਿਓ। ਉਸ ਸੋਹਣੇ ਖੁਦਾ ਪਰਮਾਤਮਾ ਨੂੰ ਚੇਤੇ ਕਰਦਿਆਂ ਜੇ ਸੰਸਾਰ ਦਾ ਰੂਪ ਰੰਗ ਪ੍ਰਭਾਵਿਤ ਕਰਦਾ ਹੈ ਤੇ ਕਰਨ ਦਿਓ। ਤੂੰ ਚਲੀ ਜਾ, ਤੂੰ ਜਪੀ ਜਾ, ਇੱਕ ਦਿਨ ਚਿੱਕੜ ਚੋਂ ਲੰਘ ਜਾਏਗਾ, ਇੱਕ ਦਿਨ ਮਿਲਾਪ ਹੋ ਜਾਏਗਾ, ਔਰ ਮਿਲਾਪ ਦੇ ਹੁੰਦਿਆਂ ਹੀ ਸਾਰਾ ਚਿੱਕੜ ਪਿੱਛੇ ਰਹਿ ਜਾਏਗਾ, ਸਾਰੇ ਦੁੱਖ ਸੰਤਾਪ ਪਿੱਛੇ ਰਹਿ ਜਾਣਗੇ। ਆਪਣੇ ਅਨੁਭਵ ਦੇ ਆਧਾਰ 'ਤੇ ਇਹ ਮਹਾਨ ਸੂਫੀ ਸੰਤ ਬਾਬਾ ਫਰੀਦ ਕਹਿ ਰਹੇ ਨੇ ਕਿ ਅਗਰ ਮਨੁੱਖ ਜਪਦਾ ਰਹੇ, ਕਰਦਾ ਰਹੇ ਬੰਦਗੀ, ਤਾਂ ਇੱਕ ਦਿਨ ਇਸ ਚਿੱਕੜ ਨੂੰ ਅਬੂਰ ਕਰ ਜਾਏਗਾ ਔਰ ਉਸ ਨਿਰਮਲ ਸੋਹਣੇ ਖੁਦਾ ਦੀ ਗੋਦ ਦੇ ਜਾ ਬੈਠੇਗਾ। ਆਪ ਅੱਗੇ ਚੱਲ ਕੇ ਆਪਣਾ ਅਮਰ ਕਲਾਮ ਇੰਜ ਹੈ ਪੇਸ਼ ਕਰਦੇ ਨੇ। ਫਰੀਦਾ ਮੈਂ ਭੋਲਾਵਾ ਪਗਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂ ਨ ਜਾਣਈ, ਸਿਰ ਵੀ ਮਿੱਟੀ ਖਾਏ। ਕਿਸੇ ਖਾਨ ਨੇ, ਕਿਸੇ ਪਠਾਨ ਨੇ, ਜਿਸ ਨੇ ਬੜੀ ਸੋਹਣੀ ਦਸਤਾਰ ਸਜਾਈ ਹੋਈ ਸੀ, ਫਕੀਰ ਨੂੰ ਇਸ ਲਈ ਸਜਦਾ ਨਹੀਂ ਕੀਤਾ ਕਿਉਂਕਿ ਫਕੀਰ ਜ਼ਮੀਨ 'ਤੇ ਬੈਠਾ ਸੀ, ਮਿੱਟੀ ਦੇ 'ਚ ਬੈਠਾ ਸੀ,
तो दस्तार ने मिट्टी आलूद हो जाना सी, दस्तार ने मैली हो जाना सी। तो मत्था नहीं टेकिया, कोल बैठ गया। फरीद कहंदे ने भोले मनुख नूं इतना ही नहीं पता, इतना ख्याल आया पग मैली हो जाएगी, पग नूं मिट्टी लिबड़ जाएगी, पर कौन दसे तू जिस सिर दे ते पग बनी है, एक दिन ते सिर नूं भी मिट्टी ने खा जाना है। ये सिर भी मिट्टी आलूद हो जाएगा, ये सिर भी मिट्टी हो जाएगा। ये सिर मिट्टी होवे, इस तो पहले तो किसी फकीर दे कदमां दी खाक बन, किसी फकीर दे कदमां दी मिट्टी बन, नहीं तो एक दिन मिट्टी हो जाएगा। अगर फकीर दे कदमां दी तो मिट्टी बन जाए तो अक्सीर बन जाएगा, महान हो जाएगा, नहीं तो एक दिन मिट्टी हो ही जाएगा। आप बड़े सोहने ढंग नाल सुचेत कर रहे हैं। फरीदा शक्कर खंड निवात गुड़, माखियो मांजा दुध, सभे वस्तु मिठियां, रब ना पुजन तुद। आप बारे एक बड़ी सुंदर गाथा है। आपने स्मारक ते जो तोरिया है, मां ने तोरिया है। ये ठीक है कि बाबा फरीद दा शाही खानदान नाल भी ताल्लुक है, पैगंबरी खानदान नाल भी ताल्लुक है। जिथे फर्क शाह काबुल दा बादशाह, उसदे आप भतीजे ने, उथे मुहम्मद शाह अब्दुल्ला जो हज़रत अली दे शाही खानदान नाल ताल्लुक रखदा है, हज़रत अली दा रिश्तेदार है, उसकी बच्ची मरियम जो जलालुद्दीन नूं ब्याही गई और उसकी कुख तो आप जन्म लेंदे ने। तो इस तरह पैगंबरी घराने नाल ते शाही घराने नाल आप दा संबंध है। मां बड़ी सतोगुणी है। 7 साल की आप दी उम्र है, बच्चियां च खेड रहे ने। मां आके कहंदी है, ऐ मेरे बच्चे, सवेरे खेडदा है, दोपहरे खेडदा है, शामी खेडदा है, कदी खुदा नूं भी याद कर लिया कर, नमाज भी पढ़ लिया कर। बच्चे दा भोला सुभाव, मां खुदा की देगा। बच्चा लैण दी भाषा जानदा है, देण दी नहीं। एक बच्चे कोल 5 खिडौने होवन, दूसरे कोल 1 होवे, तो सिर्फ इतना कह दईए, बेटा तेरे कोल 5 खिडौने ने, तू 1 उसनूं दे दे, तो ये बच्चा दूसरे दा 1 खोण दी ते कोशिश करेगा, अपने 5 दे चों 1 देण नूं राजी नहीं होवेगा। क्यों? देण दी भाषा जानदा ही नहीं। देण दा सुभाव अजे इस दे अंदर नहीं पैदा होया, खोण दा, लैण दा ही जज्बा है। खुदा की देवेगा। इस सादगी दी मूर्ति मां ने कहा, ऐ मेरे बच्चे, खुदा खंड देवेगा, खजूरां देवेगा, शहद देवेगा, घ्यो देवेगा, मझ दा दुध देवेगा, मिठाई देवेगा। सारियां ही मिठियां चीज़ां दा जद मां ने ना लिया, उस जमाने दी सौगात, फरीद दे मूँह दे च पानी आ गया। मां तो फिर मैनू नमाज पढ़नी सिखा। मैं पढ़ांगा नमाज। 2 वक्त दी नमाज मां ने इसनू पढ़नी सिखाई। फजर दी नमाज, इशा दी नमाज, सवेर दी नमाज, शाम दी नमाज। वज़ू करके मुल्ला मसल्ला बिछा के
नमाज जद पढ़न लग्या अखां मीट के मां ने मुसल्ले दे थल्ले खजूरां रख दित्तियां ने। नमाज पढ़न तो बाद जैसे मुसल्ला समेटदा है, थल्लों खजूरां मिलियां, कपड़े दे च लिपटियां होईयां, प्रसन्न हो गया। कहंदा खुदा ये ते नकद सौदा है, इधर नमाज पढ़ो इधर खजूरां। विश्वास बच गया, भरोसा बच गया। शाम दी नमाज पढ़ी, मां ने थल्ले गुड़ रख दिता है। दूसरे दिन नमाज पढ़ी, मां ने थल्ले मिठाई रख दी। कदी कुछ रोज़ इस बच्चे नूं सवेरे शाम प्राप्त हो जाता है। और जितना प्राप्त होंदा जा रहा है, खुदाई विश्वास वधदा जा रहा है, वधदा जा रहा है, वधदा जा रहा है। अज एक अजीबो गरीब घटना घट गई। इशा दी नमाज दा वक़्त मां विचारी पानी भरन गई सी। पुराना जमाना, खूह ते पानी भरन गई है। फरीद दे नमाज पढ़न दा वक़्त हो गया। मुसल्ला बिछा के वज़ू करके जुड़ के नमाज पढ़न लगे। अज मन जुड़ गया, बड़ा सरूर तारी होया, बड़ी मस्ती मिली। हैरान होया, खजूर, शहद, मिठाई ये तो कुछ भी नहीं, ये तो खेड ही कुछ और है। अज मुसल्ला जद चुके है नमाज पढ़न तो बाद, अज ख्याल ही नहीं आया थल्लों कुछ मिठाई लेनी है। क्यों? अज अगम्मी रस की प्राप्ति हो गई, दुनिया ही कुछ और हो गई। नेत्र सज्जल हो गए, अश्क बार होए कि इतने दिन इस रस तो वांझी जिंदगी किस तरह रह गई। ऐना रस, हालांकि उम्र तो कुछ भी नहीं, 7 साल दी, कोई लंबा अरसा बतीत नहीं होया। लोग 80 साल की उम्र भी अजाई गंवा छड़ते हैं। लेकिन पश्चाताप जा गया इस अगम्मी रस तो, ये जीवन इतने साल वांझा क्यों रह गया। बैठे ने एक पासे, नेत्र सज्जल, चेहरा होर होया है, अज मस्तक कुछ होर है। मां आ गई है, वो जब देख दिए फरीद नूं ते उहदे कोल देख दिए मुसल्ले नूं, तो ख्याल आया फरीद नमाज पढ़ बैठा है, अज इसनूं खजूरां नहीं मिलियां, अज इसनूं मिठाई नहीं मिली। पता नहीं ये कल तो नमाज पढ़ेगा कि नहीं पढ़ेगा। लगदा इसदा भरोसा टुट गया है। इहदियां अखां सज्जल ने, रो रहे है। मां एकदम अंदर भज्जी होई गई। थाल दे च शहद दी कटोरी रखी, लड्डू रखे, खजूरां रखियां, किशमिश रखी, दाख रखी, ते थाली फरीद दे अगों करके कहन लगी, ऐ मेरे बच्चे, अज खुदा नूं जल्दी बड़ी सी और वो मैनू दे गया। उसने मैनू ये आख्या फरीद नूं दे देना। चीख निकल गई फरीद दे मूँह, मां अज ते खुदा मैनू ही दे गया है। रोज़ खुदा तेरे हत्थों मैनू झूठियां खजूरां देंदा सी, अज मैनू सच्ची खजूर मिल गई। खुदा नहीं दे दिती है। तैनू खेचल करन दी हुण लोड़ नहीं, तैनू विचोला बनन दी हुण कोई लोड़ नहीं। खुदा ने सीधा ही मैनू रस दे दिता है। इस वास्ते हुण सब ये चीज़ां बेमैनी ने, फिजूल ने। केड़ियां? फरीदा शक्कर खंड निवात गुड़, माखियो मांजा दुध, सब्बे वस्तू मिठियां
रब ना पुजन तुद। हे रब, हे खुदा, जो तेरे नाम दे मिठास है उस दे सामने खजूरां की ने, ये गुड़ की है, ये शक्कर की है, ये शहद की है। तुम बहुत मिठा है, बहुत मिठा है, अत्यंत स्वादी है। फरीदा रोटी मेरी काठ की, लावण मेरी भुख, जिन्ना खादी चोपड़ी घणे सहणगे दुख। इस श्लोक बारे ਟੀਕਾਕਾਰਾਂ ਦਾ, ਵਿਚਾਰਕ ਲੋਕਾਂ ਦਾ ਆਪਣਾ ਆਪਣਾ ਮਤ ਹੈ। ਔਰ ਭਗਤ ਮਾਲ ਦੇ 'ਚ ਇਸ ਸੰਬੰਧ ਵਿੱਚ ਕਈ ਤਰ੍ਹਾਂ ਦੀਆਂ ਸਾਖੀਆਂ ਨੇ। ਦਰਅਸਲ ਲੱਕੜ ਦੀ ਰੋਟੀ ਭੁੱਖ ਨਹੀਂ ਮਿਟਾ ਸਕਦੀ। ਲੱਕੜ ਦੀ ਰੋਟੀ ਨੂੰ ਪੇਟ ਤੇ ਬੰਨ੍ਹ ਕੇ ਬਾਬਾ ਫਰੀਦ ਘੁੰਮਦੇ ਰਹੇ। ਇਤਨੀ ਸਿਆਣੀ ਆਤਮਾ, इतना दूर दृष्ट मनुख, इतनी बारीक बीन अकल ऐसा कर्म नहीं कर सकती। फिर ये क्यों कह रहे ने फरीदा रोटी मेरी काठ की। दरअसल डेरे दे अक्सर घरां घरां तो मंगियां होईयां रोटियां, भिक्षा दे रोटियां आउंदियां सन। लोकी बची कुची रोटी दे देंदे सन। बाबा फरीद बिरध हो चुके सन, मूँह दे दंद नहीं सन। सुक्की रोटी नूं जैसे मूँह दे पान ते इंज प्रतीत होवे जैसे लक्कड़ नूं मूँह च पा रहे ने। सुक्की रोटी अज भी तशबीह देंदे ने, ये ते लक्कड़ वर्गी है। की खाई है, ये ते लक्कड़ वर्गी है। उसी तशबीह नूं बाबा फरीद वरत रहे ने। एक ते मेरे दंद नहीं, एक ये रोटी सुक्की। रोटी मेरी काठ की, लावण मेरी भुख। लहिंदे पंजाब दे साग सब्जी नूं लावण कहंदे ने, जिहदे नाल ला के रोटी खाई जाए, लावण। मुल्तान, खुशाब, कुंदियाँ, मियाँ वाली, सरगोदा, जंग मंगैणा, डेरा गाजी खान और फ्रंटीयर दे इलाके दे साग सब्जी नूं, दाल भाजी नूं कहंदे ने लावण। बाबा फरीद आप दी बोली पंजाबी और खास करके लहिंदी पंजाबी, लोकल भाषावां दे आपने मनुखता दी झोली दे खुदाई ज्ञान पाया। तो आप कहंदे ने ये जो मैनू भुख लगी है, बस यही मेरा लावण है, यही मेरी साग सब्जी है। धन गुरु नानक देव जी महाराज कहंदे ने रुपे कामे दोस्ती, भुखे सादे गंढ। भुख ते स्वाद दा ही आपस दे तालमेल है, भुख नहीं ते स्वाद कादा। तो बाबा फरीद कहंदे ने जो मेरी साग सब्जी है वो है भुख। ते भुख दे जद मैं सुक्की रोटी खाना स्वादी लगदी है, चंगी लगदी है। जिन्ना खादी चोपड़ी घणे सहणगे दुख। भुख तो बिना जो चोपड़ी ते होर तरह तरह के पदार्थ खांदे ने पर भुख नहीं है, बहुत दुख सहारनगे। भुख तो बिना खाना दुख ही है। एक एक बुरकी दुख नूं जन्म देगी, एक एक बुरकी रोग नूं जन्म देगी, एक एक बुरकी पीड़ा नूं पैदा करेगी। बाबा फरीद इस श्लोक दे राही यही कुछ समझा रहे ने, जो भुख है बस यही मेरी साग सब्जी है, और इस दे जद मैं सुक्की रोटी खाना तां भी स्वादी लगदी है, पच जाती है, तो शरीर दे अनुकूल बकायदा जो है काम करदी है। पर भुख ही नहीं है, तो तरह तरह के स्वादी ते पौष्टिक खाने खादे गए ने, एक एक बुरकी रोग नूं जन्म देवेगी। भुख तो बिना खाना दुख ही है। ऐसा इस श्लोक दे राही बाबा फरीद जगत नूं ज्ञान दे रहे हैं।
रुखी सुखी खाए के ठंडा पानी पियो फरीदा देख पराई चौपड़ी ना तरसाई जियो। दूसरे दा धन, दूसरे दा पदार्थ, दूसरे दा रंग रूप वेख के अक्सर मनुख प्रभावित होंदा है और मन दे तृष्णा पैदा होंदी है, मन दे साड़े भी पैदा होंदे ने, जैलसी भी पैदा होंदी है, जलन भी पैदा होंदी है। ऐस दे कोल इतना है, मेरे कोल नहीं है। तो बाबा फरीद इत्थे समझा रहे ने, हकीकत है कि मनुख कई दफ़ा खूह तो पानी भरदे होया सोच लेंदा नहीं दरिया तो पानी भरीए, क्योंकि खूह दे च पानी थोड़ा है, दरिया दे च पानी बहुत वड्डा है, बहुत सारा है। पर कौन दसे दरिया तो भी उतना ही पानी मिलेगा जितना तेरा मटका है। मनुख दूजियां दे लंबे चौड़े पसारे ते वेख लैंदा है, अपनी प्रालब्ध नहीं वेखता। तो दूसरे दा पसारा वेख्या, अपनी प्रालब्ध दा कोई ज्ञान नहीं, तो फिर दूसरे दे प्रति ईर्षा पैदा हो जाती है और मन दूसरे दा साजो समान देख के, पदार्थां ते रंग रूप नूं देख के अपने अंदर बार बार लालच नूं जन्म देंदा है ते मन तरसदा है। बाबा फरीद कहंदे नहीं, अपना मन ना तरसा, तू भावें रुखी सुखी है, भुख दे च खा ले, ठंडा पानी पी ले, दूजियां दी चौपड़ी वेख के, दूसरियां दी महान धन संपदा वेख के अपना दिल ना तरसाया कर। वेख लिया कर अपनी प्रालब्ध, ना वेख्या कर दूजियां दा धन ते रूप। अगर दूजियां दा ही तू वेखदा रहा तो अपने जी नूं तरसांदा रहेगा और बंदगी नहीं कर सकेगा। अज ना सुती कंत स्यों अंग मुड़े मुड़ जाए, जाए पुछो सुहागणी, जाए पुछो डोहागणी, तुम क्यों रैण विहाए। बड़ा सुंदर उदाहरण दिता है। एक दिन किधरे बाबा फरीद नमाज नहीं पढ़ सके, शाम दी बंदगी नहीं कर सके। एक समय भुला बैठे, रात नूं सौण लगे, नींद नहीं पैंदी, पश्चाताप, ईशा दी नमाज क्यों नहीं पढ़ी, मैं नमाज क्यों भुला दी, मैं एक वक्त अजाई क्यों गवा छड़िया। तो उदाहरण देंदे ने, एक रात पति दा मिलाप नसीब नहीं होया, अज ना सुती कंत सों, अज ही कंत कोल सोना नसीब नहीं होया। अंग मुड़े मुड़ जाए, बार बार करवटां बदल रहे हैं, नींद नहीं आ रही, पश्चाताप दा बोझ दिल दिमाग ते पिया। जाए पुछो डोहागणी, तुम क्यों रहन विहाए। पुछो उन्हां डोहागणियां कोलो जिन्होंने कदी नमाज नहीं पढ़ी, कदी खुदा नूं याद नहीं कीता, कदी कंत दे नाल जो है सोना नसीब नहीं होया। इन्हां दी रात किवें बतीत होंदी है, इन्हां दा जीवन किस तरह बतीत होंदा है, इन्हां दी जिंदगी किस तरह लंघदी है। मैनू ते एक रात दा मिलाप नहीं होया ते तड़पना है, करवटां दा बदलना है। ते जिन्हां नूं कदी नसीब नहीं होया वो किवें अपनी जिंदगी कट रही ने, वो किवें जीवन बतीत कर रही ने। बंदगी तो हीणा जो जीवन बतीत कर रहा है, बाबा फरीद हैरान होकर कहते ने किस तरह वो जिंदगी बतीत कर रहा है और किवें उसकी जिंदगी जो है लंघ सकती है। आप हैरानगी नाल इस तरह की पुछ कर रहे हैं। साहुरे ढोई ना लहे, पइए नाई थाओ,
पिरवातड़ी न पुछई, धन सुहागण नाम। ਸਹੁਰੇ ਘਰ ਦੇ 'ਚ ਥਾਂ ਕੋਈ ਨਹੀਂ ਤੇ ਪੇਕੇ 'ਚ ਵੀ ਕੋਈ ਨਹੀਂ। ਭਾਵ ਲੋਕ ਤੋਂ ਇੱਕ ਦਿਨ ਟੁਰ ਜਾਣਾ ਹੈ, ਪਰ ਲੋਕ ਦਾ ਵਸੇਬਾ ਨਸੀਬ ਨਹੀਂ ਹੋਇਆ। ਪਰਮਾਤਮਾ ਨਾਲ ਬਣੇ ਨਹੀਂ ਔਰ ਪਦਾਰਥਾਂ ਨਾਲੋਂ ਇੱਕ ਦਿਨ ਟੁੱਟ ਜਾਣਾ ਹੈ। ਨਿਰੰਕਾਰ ਨਾਲ ਬਣੇ ਨਹੀਂ ਔਰ ਸੰਸਾਰ ਦਾ ਇੱਕ ਦਿਨ ਵਿਛੋੜਾ ਹੋ ਜਾਣਾ ਹੈ। ਭਾਵ ਸਹੁਰੇ ਘਰ ਦੇ 'ਚ ਥਾਂ ਕੋਈ ਨਹੀਂ, ਪੇਕੇ ਘਰ ਦੇ 'ਚ ਵੀ ਥਾਂ ਕੋਈ ਨਹੀਂ। ਪਤੀ ਨੇ ਕਦੀ ਪੁੱਛਿਆ ਤੱਕ ਨਹੀਂ, ਤੂੰ ਕੌਣ ਹੈ? ਧਨ ਸੁਹਾਗਣ ਨਾ। कैसा तू फकीर है, कैसा तू भगत है। परमात्मा दे घर तेरा वसेबा हो नहीं सकिया ते संसार दे तेरा वसेबा हो नहीं सकेगा। परमात्मा नाल तेरी सांझ बनी नहीं। कैसा तू भगत है, कैसा तू दरवेश है, ये फकीरी कैसी। आप इस ते हैरानगी प्रगट कर रहे हैं। इस ਸਲੋਕ ਦਾ ਕੋਈ ਭਾਵ ਗਲਤ ਨਾ ਲੈ ਲਵੇ ਤਾਂ ਅੱਗੇ ਚੱਲ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਸ਼ਲੋਕ ਹੈ। ਆਪ ਕਹਿੰਦੇ ਨੇ, ਸਾਹੁਰੇ ਪਈਏ ਕੰਤ ਕੀ, ਕੰਤ ਅਗਮ ਅਥਾਉ। ਨਾਨਕ ਸੋ ਸੁਹਾਗਣੀ, ਜੋ ਭਾਵੇ ਬੇਪਰਵਾਹ। ਸਹੁਰਾ ਘਰ, ਪੇਕਾ ਘਰ ਜੋ ਕੰਤ ਦੀ ਬਣੀ ਹੋਈ ਹੈ। ਕਿਹੜੇ ਕੰਤ ਦੀ? ਜੋ ਅਗਮ ਹੈ, ਅਥਾਹ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਗਹਿਰਾ ਹੈ। ਉਹ ਸੁਹਾਗਣੀ ਹੈ ਜਿਹੜੇ ਉਸ ਅਗਮ ਅਥਾਹ ਬੇਪਰਵਾਹ ਪ੍ਰਮਾਤਮਾ ਨੂੰ ਭਾ ਜਾਂਦੀ ਹੈ, ਚੰਗੀ ਲੱਗ ਜਾਂਦੀ ਹੈ। ਮਨੁੱਖ ਦੇ ਵੱਸ ਦੀ ਕੀ ਗੱਲ। ਕੋਸ਼ਿਸ਼ ਕਰਦਾ ਹੈ ਮਨੁੱਖ ਪ੍ਰਭੂ ਨੂੰ ਪਿਆਰਾ ਹੋ ਜਾਵਾਂ, ਕੋਸ਼ਿਸ਼ ਕਰਦਾ ਹੈ ਮਨੁੱਖ ਲੋਕ ਸਵਰ ਜਾਏ। ਲੋਕ ਦੇ 'ਚ ਥਾਂ ਕੋਈ ਨਹੀਂ, ਪਰ ਲੋਕ ਸਵਰਿਆ ਕੋਈ ਨਹੀਂ, ਪਰਮਾਤਮਾ ਨਾਲ ਸਾਂਝ ਨਹੀਂ ਬਣੀ। ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਪਰਮਾਤਮਾ ਅਗਮ ਹੈ, ਅਥਾਹ ਹੈ, ਬੇਪਰਵਾਹ ਹੈ। ਇਹ ਤੇ ਜਿਹੜੀ ਉਸ ਨੂੰ ਭਾ ਜਾਏ, ਬਸ ਉਹੀ ਸੁਹਾਗਣੀ ਹੈ। ਜੋ ਨਹੀਂ ਭਾਈ, ਉਹੀ ਢੁਆਗਣੀ ਹੈ। ਇਹ ਫੈਸਲਾ ਪਰਮਾਤਮਾ 'ਤੇ ਹੈ, ਇਹ ਫੈਸਲਾ ਫਕੀਰ 'ਤੇ ਨਹੀਂ ਹੈ। ਇਹ ਫੈਸਲਾ ਅਕਾਲ ਪੁਰਖ 'ਤੇ ਹੈ, ਇਹ ਫੈਸਲਾ ਭਗਤ 'ਤੇ ਨਹੀਂ ਹੈ। ਦਰਅਸਲ ਕਹੇ ਤੇ ਇਹੀ ਰਹੇ ਨੇ ਬਾਬਾ ਫਰੀਦ ਵੀ, ਪਰ ਅਰਥ ਕਰਨ ਲੱਗਿਆਂ ਭੁਲੇਖਾ ਨਾ ਪੈ ਜਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਬੜੇ ਸੋਹਣੇ ਢੰਗ ਨਾਲ ਖੋਲ੍ਹਦੇ ਨੇ। ਬਾਬਾ ਫਰੀਦ ਅਗਾਂਹ ਇਸ ਨੂੰ ਇੰਜ ਬਿਆਨ ਕਰਦੇ ਨੇ, ਨਾਤੀ ਧੋਤੀ ਸੰਭਈ, ਸੁੱਤੀ ਆਏ ਨਚਿੰਦੇ। ਫਰੀਦਾ ਰਹੀ ਸੋ ਬੇੜੀ ਹਿੰਗਦੀ, ਗਈ ਕਥੂਰੀ ਗੰਦੇ। ਇਸ਼ਨਾਨ ਵੀ ਕਰ ਲਿਆ, ਸੁੰਦਰ ਬਸਤਰ ਵੀ ਪਹਿਨ ਲਏ, ਹਾਰ ਸ਼ਿੰਗਾਰ ਵੀ ਕਰ ਲਿਆ, ਕਸਤੂਰੀ ਦੀ ਸੁਗੰਧ ਵੀ ਲਾ ਲਈ। ਸਭ ਕੁਛ ਹਾਰ ਸ਼ਿੰਗਾਰ ਸੋਹਣਾ ਕਰਕੇ ਫਿਰ ਸੌਂ ਗਈ, ਗਹਿਰੀ ਨੀਂਦ ਦੇ ਸੌਂ ਗਈ। ਤੋ ਸੰਬੰਧ ਜੋੜਨ ਲਈ ਤੇ ਜਾਗਰਤੀ ਚਾਹੀਦੀ ਹੈ। ਇਹ ਤੇ ਸੌਂ ਗਈ। ਤੋ ਫਿਰ ਕੀ ਹੋਇਆ? ਉਹ ਸੁਗੰਧ ਵੀ ਉੱਡ ਗਈ, ਕੱਪੜਿਆਂ 'ਚ ਵੀ ਸਲੋਟਾਂ ਪੈ ਗਈਆਂ, ਸ਼ਿੰਗਾਰ ਵੀ ਬੇਢੰਗਾ ਹੋ ਗਿਆ, ਔਰ ਰਾਤ ਐਵੇਂ ਲੰਘ ਗਈ। ਕਰਮ ਕਾਂਡ ਮਨੁੱਖ ਨੇ ਸਾਰਾ ਕੀਤਾ, ਸਾਰਾ ਕਰਮ ਕਾਂਡ ਕੀਤਾ।
ਤੀਰਥਾਂ ਦਾ ਰਟਨ ਕੀਤਾ, ਵਰਤ ਰੱਖੇ, ਦੇਵੀ ਦੇਵਤਿਆਂ ਨੂੰ ਮਨਾਇਆ। ਦੂਸਰੇ ਪਾਸੇ ਜਾਈਏ, ਰੋਜ਼ੇ ਰੱਖੇ, ਹਜ ਕੀਤਾ, ਪੂਰੀ ਸ਼ਰ੍ਹਾ ਦੇ ਮੁਤਾਬਕ ਆਪਣੀ ਜੀਵਨੀ ਬਤੀਤ ਕੀਤੀ, ਆਪਣੀ ਜ਼ਿੰਦਗੀ ਬਤੀਤ ਕੀਤੀ, ਲੇਕਿਨ ਰਹੇ ਅਚੇਤ ਸੁਚੇਤ ਨਹੀਂ ਹੋ ਸਕੇ। ਪਰਮਾਤਮਾ ਦਾ ਕੋਈ ਗਿਆਨ ਨਹੀਂ ਮਿਲ ਸਕਿਆ ਅਤੇ ਨਾ ਹੀ ਉਸ ਦਾ ਕੋਈ ਚਿੰਤਨ ਕੀਤਾ। ਸਿਰਫ ਉਪਰੋਕਤ ਕਰਮ ਕਾਂਡ ਦੇ 'ਚ, ਸਿਰਫ ਬੇਰੋਨੀ ਕਰਮ ਕਾਂਡ ਦੇ 'ਚ ਆਪਣੀ ਜ਼ਿੰਦਗੀ ਬਤੀਤ ਕਰ ਦਿੱਤੀ। ਤਾਂ ਇੱਕ ਦਿਨ ਕੀ ਆਉਂਦਾ ਹੈ, ਕਰਮ ਕਾਂਡ ਕਰਦਿਆਂ ਕਰਦਿਆਂ ਮਨੁੱਖ ਕਰਮ ਕਾਂਡ ਤੋਂ ਤੇ ਉਕਤਾ ਜਾਂਦਾ ਹੈ ਔਰ ਉਸ ਪਰਮਾਤਮਾ ਦੀ ਪ੍ਰਾਪਤੀ ਤੋਂ ਵਾਂਝਾ ਰਹਿ ਜਾਂਦਾ ਹੈ। ਭਾਵ ਸ਼ਿੰਗਾਰ ਹੈ ਪਰਮਾਤਮਾ ਦੇ ਮਿਲਾਪ ਲਈ। ਸ਼ਿੰਗਾਰ ਸਿਰਫ ਸ਼ਿੰਗਾਰ ਲਈ ਨਹੀਂ ਹੈ, ਕਰਮ ਕਾਂਡ ਹੈ ਪਰਮਾਤਮਾ ਤੱਕ ਪਹੁੰਚਣ ਵਾਸਤੇ। ਕਰਮ ਕਾਂਡ ਕੋਈ ਪਹੁੰਚ ਨਹੀਂ ਹੈ। ਸ਼ਰ੍ਹਾ ਹੈ ਖੁਦਾ ਤੱਕ ਪਹੁੰਚਾਉਣ ਲਈ। ਸ਼ਰ੍ਹਾ ਆਪਣੇ ਆਪ ਦੇ 'ਚ ਖੁਦਾ ਤੋਂ ਬਿਨਾਂ ਕੁਛ ਵੀ ਨਹੀਂ। ਖੁਦਾ ਨਾਲ ਜੋੜ ਦਈਏ ਤਾਂ ਸ਼ਰ੍ਹਾ ਮਹਾਨ ਹੈ। ਦਰਅਸਲ ਬਾਬਾ ਫਰੀਦ ਇਸ ਪਾਵਨ ਸਲੋਕ ਦੇ ਰਾਹੀਂ ਇਹ ਜਗਤ ਨੂੰ ਸੰਦੇਸ਼ ਦੇ ਰਹੇ ਨੇ। ਜੋ ਬਨ ਜਾਂਦੇ ਨਾ ਡਰਾਂ, ਜੇ ਸੈ ਪ੍ਰੀਤ ਨ ਜਾਏ। ਫਰੀਦਾ ਕੀਤੀ ਜੋ ਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਜਵਾਨੀ ਜਾਂਦੀ ਏ ਤੇ ਜਾਵੇ। ਜੀਵਨ ਦੇ ਸਭ ਤੋਂ ਵੱਡਾ ਗਮ ਇਹੀ ਹੁੰਦਾ ਹੈ, ਜਵਾਨੀ ਨਾ ਜਾਏ। ਬਚਪਨ ਜਾਂਦਾ ਹੈ, ਜਾਵੇ, ਖੁਸ਼ੀ ਨਾਲ ਜਾਵੇ। ਜਵਾਨੀ ਨਹੀਂ ਜਾਣੀ ਚਾਹੀਦੀ। ਮਨੁੱਖ ਆਖਰੀ ਦਮ ਤੱਕ ਜਵਾਨੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਕੇਸ ਚਿੱਟੇ ਹੋ ਰਹੇ ਨੇ, ਕਾਲੇ ਕਰ ਰਿਹਾ ਹੈ। ਝੁਰੀਆਂ ਪੈ ਰਹੀਆਂ ਨੇ, ਚਿਹਰੇ ਨੂੰ ਸਵਾਰਨ ਸ਼ਿੰਗਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਵਾਨ ਦਿਸਾਂ। ਜਵਾਨੀ ਨੂੰ ਕੋਈ ਵੀ ਰੁਖਸਤ ਨਹੀਂ ਕਰਨਾ ਚਾਹੁੰਦਾ। ਇਹ ਗੱਲ ਵੱਖਰੀ ਹੈ, ਜਵਾਨੀ ਰੁਖਸਤ ਵੀ ਹੋ ਜਾਂਦੀ ਹੈ ਤਾਂ ਵੀ ਬੰਦਾ ਸਮਝ ਲੈਂਦਾ ਨਹੀਂ ਜਵਾਨੀ ਮੇਰੇ ਕੋਲ ਬੈਠੀ ਹੈ। ਇਸ ਭੁਲੇਖੇ 'ਚ ਰਹਿੰਦਾ ਹੈ। ਔਰ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਜਵਾਨੀ ਤੋਂ ਕੋਈ ਅਹਮ ਖਾਸ ਚੀਜ਼ ਇਸ ਨੂੰ ਪ੍ਰਾਪਤ ਨਹੀਂ ਹੋ ਸਕੀ, ਵਰਨਾ ਜਵਾਨੀ ਦੀ ਇਤਨੀ ਤੜਪ ਨਾ ਰਹਿੰਦੀ, ਵਰਨਾ ਜਵਾਨੀ ਦੀ ਇਤਨੀ ਖਿੱਚ ਨਾ ਰਹਿੰਦੀ। ਬਾਬਾ ਫਰੀਦ ਕਹਿੰਦੇ ਨੇ ਜਵਾਨੀ ਜਾਂਦੀ ਹੈ ਤੇ ਜਾਵੇ। ਜਵਾਨੀ ਦਾ ਜੋਬਨ ਜਾਂਦਾ ਹੈ ਤੇ ਜਾਵੇ, ਪਰ ਖੁਦਾ ਦੀ ਪ੍ਰੀਤ ਨਹੀਂ ਜਾਣੀ ਚਾਹੀਦੀ। ਐ ਖੁਦਾ, ਜਾਂਦੀ ਹੈ ਜਵਾਨੀ ਜਾਵੇ। ਮੈਂ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਨਾ ਹੀ ਇਹ ਰੁਕ ਸਕਦੀ ਹੈ, ਪਰ ਤੇਰੀ ਪ੍ਰੀਤ ਮੇਰੇ ਕੋਲ ਰੁਕਣੀ ਚਾਹੀਦੀ ਹੈ। ਤੇਰੀ ਪ੍ਰੀਤ ਨਹੀਂ ਜਾਣੀ ਚਾਹੀਦੀ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਪਤਾ ਨਹੀਂ ਕਿਤਨੀਆਂ ਜਵਾਨੀਆਂ ਸੁੱਕ ਕੇ ਕੁਮਲਾ ਗਈਆਂ, ਬੁਢੇਪੇ ਦੀ ਕਬਰ ਦੇ ਜਾ ਪਈਆਂ, ਪ੍ਰਭੂ ਪ੍ਰੀਤ ਤੋਂ ਬਿਨਾਂ, ਖੁਦਾਈ ਇਸ਼ਕ ਤੋਂ ਬਿਨਾਂ। ਇਸ ਵਾਸਤੇ ਹੇ ਖੁਦਾ, ਤੇਰੀ ਪ੍ਰੀਤ ਨਹੀਂ ਜਾਣੀ ਚਾਹੀਦੀ। ਜਵਾਨੀ ਜਾਂਦੀ ਹੈ ਤੇ ਜਾਵੇ ਪਈ, ਇਸ ਦੀ ਮੈਨੂੰ ਕੋਈ ਲਾਲਸਾ ਨਹੀਂ। ਤੜਪ ਹੈ, ਖਿੱਚ ਹੈ ਤੇਰੀ ਪ੍ਰੀਤ ਦੀ, ਤੇਰੇ ਪਿਆਰ ਦੀ। ਫਰੀਦਾ ਚਿੰਤ ਖਟੋਲਾ, ਵਾਣ ਦੁੱਖ ਬਿਰੇ ਵਿਛਾਵਣ ਲੇਪ। ਏਉ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ। ਬਿਰਹੇ ਦੀ ਪੀੜਾ, ਵਿਛੋੜੇ ਦੀ ਪੀੜਾ। ਜਿਸ ਨਾਲ ਜਿਤਨਾ ਪਿਆਰ ਹੋਵੇ, ਵਿਛੋੜੇ ਦੀ ਪੀੜਾ ਉਤਨੀ ਮਹਾਨ ਹੋ ਜਾਂਦੀ ਹੈ। ਉਸ ਸਾਹਿਬ ਨਾਲ, ਉਸ ਸੱਚੇ ਨਾਲ ਪਿਆਰ ਹੈ ਤਾਂ ਫਰੀਦ ਕਹਿੰਦੇ ਨੇ ਐ ਖੁਦਾ, ਤੇਰੇ ਵਿਛੋੜੇ ਦੇ 'ਚ ਅਸੀਂ ਇਸ ਢੰਗ ਨਾਲ ਜੀ ਰਹੇ ਹਾਂ। ਚਿੰਤ ਖਟੋਲਾ, ਚਿੰਤਾ ਦੀ ਖਟੀਆ ਹੈ। ਵਾਣ ਦੁੱਖ, ਔਰ ਇਸ ਖਟੀਆ ਨੂੰ ਜੋ ਬੁਣਿਆ ਹੈ, ਦੁੱਖਾਂ ਦੇ ਵਾਣਾਂ ਨਾਲ ਬੁਣਿਆ। ਲਾਜ਼ਮੀ ਚਿੰਤਾ ਤੋਂ ਦੁੱਖ ਹੀ ਨਿਕਲਦਾ ਹੈ। ਬਿਰਹੇ ਵਿਛਾਵਣ ਲੇਪ, ਬਿਰਹਾ ਤੁਲਾਈ ਤੇ ਰਜਾਈ ਹੈ।
ਬਿਰਹਾ ਸਾਡਾ ਵਿਛੋਨਾ ਹੈ। ਜੀ ਰਹੇ ਹਾਂ ਚਿੰਤਾ ਦੇ 'ਚ, ਜੀ ਰਹੇ ਹਾਂ ਦੁੱਖ ਦੇ 'ਚ, ਜੀ ਰਹੇ ਹਾਂ ਬਿਰਹਾ ਦੇ 'ਚ। ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਇਹ ਸੱਚੇ ਪਰਵਰਦਿਗਾਰ, ਇਹ ਮੇਰੀ ਤਰਜ਼ੇ ਜ਼ਿੰਦਗੀ ਹੈ, ਤੂੰ ਤਰਸ ਖਾ ਕੇ ਵੇਖ, ਤੂੰ ਰਹਿਮਤ ਭਰੀ ਨਿਗਾਹ ਨਾਲ ਵੇਖ। ਮੈਂ ਇਸ ਤਰ੍ਹਾਂ ਜੀ ਰਿਹਾ, ਦੁੱਖ ਦੇ 'ਚ ਜੀ ਰਿਹਾ, ਚਿੰਤਾ ਦੇ 'ਚ ਜੀ ਰਿਹਾ, ਤੇਰੇ ਬਿਰਹੇ ਦੇ 'ਚ ਜੀ ਰਿਹਾ। ਲੇਕਿਨ ਇਸ ਬਿਰਹੇ ਦੀ ਆਪਣੀ ਇੱਕ ਮਹਾਨਤਾ ਵੀ ਬਿਆਨ ਕਰਦੇ ਨੇ ਬਾਬਾ ਫਰੀਦ। ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੇ ਨਾ ਉਪਜੇ, ਸੋ ਤਨ ਜਾਣ ਮਸਾਨ। ਹੇ ਬਿਰਹਾ, ਤੂੰ ਖੁਦਾਈ ਖੂਬੀਆਂ ਦੇ ਚੋਂ, ਤੂੰ ਰੱਬੀ ਗੁਣਾਂ ਦੇ ਚੋਂ ਸੁਲਤਾਨ ਹੈ। ਬਿਰਹਾ ਆਪਣੇ ਆਪ ਦੇ 'ਚ ਇੱਕ ਅਗਨੀ ਹੈ। ਜੈਸੇ ਤਨ ਦੇ 'ਚ ਅਗਨੀ ਹੈ, ਜਠਰ ਅਗਨੀ, ਔਰ ਇਹ ਤਨ ਨੂੰ ਜ਼ਿੰਦਾ ਰੱਖਦੀ ਹੈ। ਮੁਰਦੇ ਦੀ ਪਹਿਚਾਣ ਹੈ, ਇਸ ਦੇ ਹੱਥ ਪੈਰ ਠੰਡੇ ਪੈ ਗਏ ਨੇ, ਠੰਡਾ ਹੋ ਗਿਆ, ਅਗਨੀ ਨਹੀਂ ਰਹੀ। ਮਨ ਵੀ ਜ਼ਿੰਦਾ ਰਹਿੰਦਾ ਹੈ ਅਗਨੀ ਨਾਲ, ਔਰ ਉਹ ਅਗਨੀ ਹੈ ਤ੍ਰਿਸ਼ਨਾ ਦੀ। ਹਰ ਵਕਤ ਮਨ ਦੇ 'ਚ ਤ੍ਰਿਸ਼ਨਾ ਦੀ ਅਗਨ ਰਹਿੰਦੀ ਹੈ। ਭਗਤ ਲੋਕ, ਫਕੀਰ ਲੋਕ ਇਸ ਤ੍ਰਿਸ਼ਨਾ ਦੀ ਅਗਨੀ ਨੂੰ ਹੀ ਬਿਰਹੇ ਦੀ ਅਗਨ ਦੇ 'ਚ ਬਦਲ ਦਿੰਦੇ ਨੇ। ਤ੍ਰਿਸ਼ਨਾ ਹੈ ਸੰਸਾਰ ਦੀ, ਬਿਰਹੇ ਹੈ ਨਿਰੰਕਾਰ ਦਾ। ਤ੍ਰਿਸ਼ਨਾ ਹੈ ਪਦਾਰਥਾਂ ਦੀ, ਬਿਰਹਾ ਹੈ ਪਰਮਾਤਮਾ ਦਾ। ਤੋ ਬਿਰਹਾ ਤਾਂ ਇੱਕ ਅਗਨੀ ਹੈ। ਤ੍ਰਿਸ਼ਨਾ ਦੀ ਅਗਨ ਤਮਾਮ ਦੈਵੀ ਗੁਣਾਂ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ। ਇਸ ਵਾਸਤੇ ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਵੀ ਗੁਣ ਨਹੀਂ ਆਉਂਦਾ। ਬਿਰਹੇ ਦੀ ਅਗਨ ਔਗੁਣਾਂ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ। ਇਸ ਵਾਸਤੇ ਬਿਰਹੀ ਮਨੁੱਖ ਦੇ ਅੰਦਰ ਕੋਈ ਵੀ ਔਗੁਣ ਨਹੀਂ ਆਉਂਦਾ, ਉਸ ਦਾ ਹਿਰਦਾ ਸ਼ੁੱਧ ਆਉਂਦਾ ਹੈ। ਇਸ ਵਾਸਤੇ ਕੁਝ ਸੂਫੀ ਸੰਤਾਂ ਨੇ ਤੇ ਇੰਜ ਵੀ ਕਹਿ ਦਿੱਤਾ, ਐ ਖੁਦਾ ਤੇਰਾ ਵਸਲ ਨਸੀਬ ਨਹੀਂ ਤਾਂ ਨਾ ਸਹੀ, ਤੂੰ ਨਹੀਂ ਮਿਲਦਾ ਤੇ ਨਾ ਸਹੀ, ਕਮ ਸੇ ਕਮ ਤੇਰਾ ਬਿਰਹਾ ਤੇ ਰਵੇ, ਤੇਰਾ ਵਿਛੋੜਾ ਤੇ ਰਵੇ, ਤੇਰੇ ਬਿਰਹੇ ਦੀ ਤੜਪਣ ਤੇ ਰਵੇ। ਯਾ ਰੱਬ ਦੁਆਏ ਵਸਲ ਨਾ ਹਰगिज़ कबूल हो, फिर दिल में क्या रहेगा जो हसरत निकल गई। ए प्रभु, ये हसरत ते रहनी दे, ये बिरहा ते रहन दे। ਇੱਕੋ ਹੀ ਬਿਰਹਾ ਹੈ ਜਿਸ ਦੇ 'ਚ ਦੁੱਖ ਹੁੰਦਿਆਂ ਹੋਇਆਂ ਵੀ ਸੁੱਖ ਹੈ, ਬੜਾ ਰਸ ਹੈ। ਇਸ ਵਾਸਤੇ ਬਿਰਹੀ ਮਨੁੱਖਾਂ ਨੇ ਐਸਾ ਵੀ ਕਹਿ ਦਿੱਤਾ ਹੈ, ਐ ਖੁਦਾ ਨਹੀਂ ਮਿਲਦਾ ਤੇ ਨਾ ਸਹੀ, ਕਮ ਸੇ ਕਮ ਆਪਣਾ ਬਿਰਹਾ ਰਹਿਣ ਦੇ। ਇਹ ਪ੍ਰਭੂ ਨਹੀਂ ਮਿਲਦਾ ਤੇ ਨਾ ਸਹੀ, ਕਮ ਸੇ ਕਮ ਆਪਣੇ ਵਿਛੋੜੇ ਦੀ ਤੜਪ ਰਹਿਣ ਦੇ, ਆਪਣਾ ਬਿਰਹਾ ਰਹਿਣ ਦੇ। ਔਰ ਇਹ ਬਿਰਹਾ ਰੱਬੀ ਗੁਣਾਂ ਦੇ ਚੋਂ, ਦੈਵੀ ਗੁਣਾਂ ਦੇ ਚੋਂ ਬਾਬਾ ਫਰੀਦ ਕਹਿੰਦੇ ਨੇ ਸੁਲਤਾਨ ਹੈ, ਬਾਦਸ਼ਾਹ ਹੈ, ਸਿਰਮੌਰ ਹੈ। ਫਰੀਦਾ ਜਿਤ ਤਨ ਬਿਰਹੇ ਨਾ ਉਪਜੇ, ਸੋ ਤਨ ਜਾਨ ਮਸਾਨ। ਜਿਸ ਮਨੁੱਖ ਦੇ ਅੰਦਰ ਇਹ ਰੱਬੀ ਬਿਰਹਾ, ਇਹ ਖੁਦਾਈ ਤੜਪ ਨਹੀਂ ਪੈਦਾ ਹੋਈ, ਸਮਝ ਲਓ ਤੇ ਸ਼ਮਸ਼ਾਨ ਘਾਟ ਹੈ। ਕਿਉਂ? ਸ਼ਮਸ਼ਾਨ ਦੇ 'ਚ ਮੁਰਦਾ ਜਲਾਏ ਜਾਂਦੇ ਨੇ, ਤੇ ਜਿਸ ਹਿਰਦੇ ਦੇ 'ਚ ਬਿਰਹੇ ਦੀ ਅਗਨ ਨਹੀਂ, ਉੱਥੇ ਤ੍ਰਿਸ਼ਨਾ ਦੀ ਅਗਨ ਹੈ। ਔਰ ਤ੍ਰਿਸ਼ਨਾ ਦੀ ਅਗਨ ਦੇ 'ਚ ਜ਼ਿੰਦਾ ਮਨੁੱਖ ਜਲਦੇ ਨੇ, ਜ਼ਿੰਦਾ ਲਾਸ਼ਾਂ ਜਲਦੀਆਂ ਨੇ, ਜ਼ਿੰਦਾ ਮਨੁੱਖ ਜਲਦੇ ਨੇ। ਔਰ ਉਹ ਚੱਲਦਾ ਫਿਰਦਾ ਸ਼ਮਸ਼ਾਨ ਘਾਟ ਹੈ ਜਿਸ ਦੇ ਅੰਦਰ ਤ੍ਰਿਸ਼ਨਾ ਹੈ, ਹਰ ਵਕਤ ਜਲ ਰਿਹਾ ਹੁੰਦਾ ਹੈ। ਤ੍ਰਿਸ਼ਨਾ ਦੀ ਅਗਨ ਉਸ ਦੀ ਸ਼ਾਂਤੀ ਨੂੰ ਜਲਾ ਕੇ ਭਸਮ ਕਰ ਦਿੰਦੀ ਹੈ। ਤ੍ਰਿਸ਼ਨਾ ਦੀ ਅਗਨ ਬਰਦਾਸ਼ਤ ਦਾ ਮਾਦਾ ਨਹੀਂ ਰਹਿਣ ਦਿੰਦੀ। ਤ੍ਰਿਸ਼ਨਾ ਦੀ ਅਗਨ ਧੀਰਜ ਨਹੀਂ ਰਹਿਣ ਦਿੰਦੀ। ਤ੍ਰਿਸ਼ਨਾ ਦੀ ਅਗਨ ਸਮਦ੍ਰਿਸ਼ਟੀ ਨਹੀਂ ਰਹਿਣ ਦਿੰਦੀ। ਤ੍ਰਿਸ਼ਨਾ ਦੀ ਅਗਨ ਦਇਆ ਨੂੰ ਨਹੀਂ ਰਹਿਣ ਦਿੰਦੀ। ਸਾਰੇ ਦੈਵੀ ਗੁਣਾਂ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ। ਔਰ ਇਹ ਅਗਨ ਹਰ ਵਕਤ ਜਲਦੀ ਰਹੇ,
तो मनुख चलदा फिरदा शमशान घाट ही बन के रह जाता है। तो बाबा फरीद कहते ने जिस मनुख के अंदर भी ये बिरहे की अगन नहीं पैदा हुई, समझ लो वो मसान है, वो शमशान घाट है। फरीदा ए विस गंदला धरिया खंड लिवाड़, एक राह दे रह गए एक राह दी गए उजाड़। विकारां दी ਇਹ खेती ਜ਼ਹਿਰ ਭਰੀਆਂ ਗੰਦਲਾਂ ਨੇ, ਇਹ ਜ਼ਹਿਰ ਭਰੀ ਸਾਗ ਸਬਜ਼ੀਆਂ ਨੇ। ਵਿਕਾਰਾਂ ਦੀਆਂ ਇਹ ਗੰਦਲਾਂ, ਵਾਸ਼ਨਾਵਾਂ ਦੀਆਂ ਇਹ ਗੰਦਲਾਂ। ਟੀਕਾਕਾਰਾਂ ਨੇ, ਵਿਦਵਾਨਾਂ ਨੇ, ਪ੍ਰਾਚੀਨ ਟਕਸਾਲੀਆਂ ਨੇ ਇੰਜ ਵੀ ਅਰਥ ਕੀਤੇ ਨੇ। ਇਹ ਇਸਤਰੀਆਂ ਜ਼ਹਿਰ ਭਰੀਆਂ ਗੰਦਲਾਂ ਨੇ, ਇੱਕ ਰਾਹ ਦੇ ਰਹਿ ਗਏ ਨੇ, ਇੱਕ ਰਾਹ ਦੀ ਉਜਾੜ ਕਰਕੇ ਚਲੇ ਗਏ ਨੇ। ਭਾਵ ਇੱਕ ਭੋਗਦਿਆਂ ਭੋਗਦਿਆਂ ਖੁਦ ਰਹਿ ਗਏ ਨੇ, ਇੱਕ ਭੋਗਦਿਆਂ ਭੋਗਦਿਆਂ ਉਜਾੜ ਕੇ ਚਲੇ ਗਏ ਨੇ, ਬੇਵਾ ਕਰਕੇ ਚਲੇ ਗਏ ਨੇ, खेती उजाड़ के चले गए ने। पर ये दूसरे अर्थ ही किसी हद तक मन नूं अपील करदे ने। ये पदार्थ दी वाशना, ये संसार दी वाशना दी खेती विस भरियां गंदलां ने। एक राह दे रह गए, एक ते बोंदियां बोंदियां ही रह गए, एक ते पदार्थां नूं भोगदियां भोगदियां ही रह गए। जैसे भरतरी कहंदे ने, मैं नहीं भोगिया पदार्थां नूं, पदार्थां ने मैनू भोग लिया। खत्म नहीं होए पदार्थ, मैं खत्म हो गया। तो ठीक कह रहे ने बाबा फरीद। एक राह दे रह गए, एक भोगदियां भोगदियां रह गए, एक भोग के चले गए, फसल सुन्नी छड़ गए, पदार्थ छोड़ गए। मकान खड़ा है, तियां पुत्र मौजूद ने, धन संपदा मौजूद है, सारा रंग रूप मौजूद है, आप नहीं रहे, रुखसत हो गए, चले गए। बाबा फरीद एक एक सलोक दे राही अमृतमई सौगात मनुखता दी झोली दे जो है पा रहे ने। सुचेत करन लई अगले सलोक दे कहंदे ने, फरीदा चार गवाया हंड के, चार गवाया सम, लेखा रब मंगेसिया तू आहो केरे कम। दिन दे चार पैर तू कम करके तरह तरह के पदार्थां नूं हंडा के गंवाया। रात दे चार पैर तू सौं के गवाए। पर यह हिसाब किताब ते रब ने मंगना है। तू किस लिए इस जगत दे च आया सी, इस दुनिया दे च किस लिए आया सी? तेरी जिंदगी का लक्ष्य की सी? सिर्फ सोना, सिर्फ पदार्थां दा भोगना नहीं। तेरी जिंदगी का लक्ष्य ते खुदा सी, तेरी मंजिल ते खुदा सी। पर तू ते जिंदगी गंवा छड्डी, सौं के हंडा के, खा के ते सौं के, भोग के ते सौं के। इस तरह जो है तू जिंदगी व्यतीत कर देती, लक्ष्य तक पहुंचिया ही नहीं, मंजिल तक पहुंचिया ही नहीं। रास्ता चाहे कितना सुखैन होवे, रास्ता चाहे कितना सुंदर होवे, पर रस्ते दे च आराम किथे, रस्ते दे च विश्राम किथे? आराम विश्राम ते घर दे च ही हो सकता है, रस्ते दे च नहीं। सौ जाना, खा लेना, भोग लेना, सो लेना, ये तो रस्ता है। ठीक है, लोड़ है रस्ते दी, पर कोई रस्ते नू घर बना लवे, रस्ते नू ही लक्ष्य समझ लवे, राह नू ही मंजिल समझ लवे, वो तो भुले होया है, वो तो भुलेखे दे च है। तो बाबा फरीद सुचेत कर देने,
ਸੁੱਤਾ ਹੈ, ਖਾਦਾ ਪੀਤਾ ਹੈ, ਠੀਕ ਹੈ, ਪਰ ਤੇਰੀ ਜ਼ਿੰਦਗੀ ਦਾ ਲਕਸ਼ ਤੇ ਖੁਦਾ ਹੋਣਾ ਚਾਹੀਦਾ ਹੈ। ਪਰ ਤੂੰ ਤੇ ਆਪਣੀ ਜ਼ਿੰਦਗੀ ਦਾ ਲਕਸ਼ ਹੀ ਇਹੀ ਕੁਛ ਬਣਾ ਦਿੱਤਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਬੰਦਾ ਪੈਦਾ ਸ਼ੁੱਧ ਬਰਾਏ ਬੰਦਗੀ। ਐ ਬੰਦੇ, ਤੂੰ ਬੰਦਗੀ ਲਈ ਹੈ, ਸਭ ਕੁਛ ਤੇਰੇ ਲਈ ਹੈ, ਤੂੰ ਬੰਦਗੀ ਲਈ ਹੈ। ਇਸ ਨੂੰ ਜਨਾਬ ਹਾਫਿਜ਼ ਇੰਜ ਬਿਆਨ ਕਰਦੇ ਨੇ, ਈਰਾਨ ਦੇ ਸੂਫੀ ਸੰਤ ਹਾਫਿਜ਼, ਖੁਰਦਨ ਬਰਾਏ ਜ਼ੀਸਤਨ व ਜ਼ਿਕਰ ਕਰਦਨ ਅਸਤ। ਖਾਣਾ ਪੀਣਾ ਇਸ ਵਾਸਤੇ ਹੈ ਕਿ ਤੂੰ ਜ਼ਿੰਦਾ ਰਵੇਂ, ਔਰ ਜ਼ਿੰਦਗੀ ਇਸ ਵਾਸਤੇ ਹੈ ਕਿ ਤੂੰ ਜ਼ਿਕਰ ਇਲਾਹੀ ਕਰੇ। ਸ਼੍ਰੀ ਕਬੀਰ ਵੀ ਕਹਿੰਦੇ ਨੇ, ਦੋ ਸਿਰ ਮੰਗੋ ਚੂਨਾ ਪਾਏ ਗਇਓ ਸੰਗ ਲੂਨਾ, ਅਧ ਸਿਰ ਮੰਗੋ ਦਾਲੇ ਮੁਕ ਦੋਨੋਂ ਵਕਤ ਜਿਵਾਲੇ। ਖਾਟ ਮੰਗੋ ਚੌਪਾਈ ਸਿਰਹਾਨਾ ਔਰ ਤੁਲਾਈ, ਉਪਰ ਕੋ ਮੰਗੋ ਖੀਦਾ ਤੇਰੀ ਭਗਤ ਕਰੇ ਜਨ ਥੀਦਾ। ਮੈਂ ਨਾਹੀਂ ਕੀਤਾ ਲੱਭੋ, ਹੇ ਈਸ਼ਵਰ ਮੈਂ ਲੋਭ ਨਹੀਂ ਕੀਤਾ। ਇੱਕ ਨਾਮ ਤੇਰਾ ਮੈਂ ਫੱਬੋ, ਮੈਨੂੰ ਫੱਬਦਾ ਹੈ ਤੇਰਾ ਨਾਮ, ਮੈਨੂੰ ਰਸ ਮਿਲਦਾ ਹੈ ਤੇਰੇ ਨਾਮ ਦੇ ਚੋਂ। ਪਰ ਤੇਰੇ ਨਾਮ ਦੇ ਚੋਂ ਮੈਂ ਰਸ ਮਾਣ ਸਕਾਂ, ਜ਼ਿੰਦਗੀ ਚਾਹੀਦੀ ਹੈ। ਔਰ ਜ਼ਿੰਦਗੀ ਤਾਂ ਰਹਿੰਦੀ ਹੈ ਸਾਰੇ ਪਦਾਰਥ ਹੋਵਨ। ਪਦਾਰਥ ਮੰਗਦਾ ਮੈਂ ਜ਼ਿੰਦਗੀ ਲਈ, ਔਰ ਜ਼ਿੰਦਗੀ ਮੰਗਦਾ ਤੇਰੀ ਬੰਦਗੀ ਲਈ। ਤਾਂ ਬਾਬਾ ਫਰੀਦ ਕਹਿੰਦੇ ਨੇ, ਜ਼ਿੰਦਗੀ ਦਾ ਲਕਸ਼ ਖਾ ਲੈਣਾ, ਸੋ ਲੈਣਾ, ਭੋਗ ਲੈਣਾ, ਸੋ ਲੈਣਾ ਇਹ ਨਹੀਂ ਹੈ। ਜ਼ਿੰਦਗੀ ਦਾ ਲਕਸ਼ ਹੈ ਖੁਦਾ, ਜੀਵਨ ਦੀ ਮੰਜ਼ਿਲ ਹੈ ਖੁਦਾ। ਉਹ ਤੂੰ ਸੁਚੇਤ ਹੋ ਕੇ ਆਪਣੇ ਮੰਜ਼ਿਲ ਦੀ ਤਰਫ ਜੋ ਹੈ ਚੱਲ। ਬਾਬਾ ਫਰੀਦ ਆਪਣਾ ਇੱਕ ਹੋਰ ਅਨੁਭਵ ਮਨੁੱਖਤਾ ਦੇ ਸਾਹਮਣੇ ਰੱਖਦੇ ਨੇ। ਫਰੀਦਾ ਦਰ ਦਰਵਾਜੇ ਜਾਏ ਕੇ, ਕਿਉਂ ਡਿਠੋ ਘੜਿਆਲ। ਇਹਨੇ ਦੋਸਾਂ ਮਾਰੀਏ, ਹਮ ਦੋਸਾਂ ਦਾ ਕਿਆ ਹਾਲ। ਪੁਰਾਣੇ ਜ਼ਮਾਨੇ 'ਚ ਹਰ ਥਾਣੇ ਦੇ 'ਚ ਇੱਕ ਘੜਿਆਲ ਹੁੰਦਾ ਸੀ। ਉਸ ਨੂੰ ਵਜਾਉਂਦੇ ਸਨ। ਦਿਨ ਦਾ ਹੁਣ ਪਹਿਲਾ ਪਹਿਰ ਹੋਇਆ, 2 ਵਜ ਗਏ, ਦੂਜਾ ਪਹਿਰ ਹੋਇਆ, 3 ਵਜ ਗਏ, ਤੀਜਾ ਪਹਿਰ ਹੋਇਆ, 4 ਵਜਾ ਦੇ ਤੇ ਰਾਤ ਦਿਨ ਦਾ ਚੌਥਾ ਪਹਿਰ ਹੋਇਆ। ਦਿਨ ਤੇ ਰਾਤ ਦੇ 8 ਪਹਿਰ, 4-4 ਕਰਕੇ, ਔਰ 60 ਘੜੀਆਂ। ਤੋ ਅੱਧੀ ਰਾਤ ਨੂੰ ਬਕਾਇਦਾ 60 ਦਫਾ ਵਜਾਇਆ ਜਾਂਦਾ ਸੀ, ਤਾਂ ਕਿ ਪਤਾ ਚੱਲ ਜਾਏ ਹੁਣ ਅੱਧੀ ਰਾਤ ਹੋ ਗਈ ਹੈ, 60 ਘੜੀਆਂ ਬਤੀਤ ਹੋ ਗਈਆਂ ਨੇ। ਫਰੀਦ ਕਹਿੰਦੇ ਨੇ ਕਿ ਮੈਂ ਇਹ ਥਾਣੇ ਦੇ ਦਰਵਾਜ਼ੇ 'ਤੇ ਜਾ ਕੇ ਘੜਿਆਲ ਕਿਉਂ ਦੇਖ ਲਿਆ। ਪੁਰਾਣਾ ਜ਼ਮਾਨਾ, ਇਸ ਵਿਚਾਰੇ ਦਾ ਕੋਈ ਦੋਸ਼ ਨਹੀਂ, ਔਰ ਇਹਨੂੰ ਮਾਰਿਆ ਜਾ ਰਿਹਾ ਹੈ। ਹਥੌੜਾ ਲੈ ਕੇ ਜਦ ਉਸ ਨੂੰ ਵਜਾਉਂਦੇ ਨੇ, ਤਾਂ ਆਪ ਕਹਿੰਦੇ ਨੇ ਇਸ ਦਾ ਤੇ ਕੋਈ ਦੋਸ਼ ਨਹੀਂ। ਔਰ ਗਜ਼ਬ ਦੀ ਗੱਲ ਹੈ, ਘੜੀਏ ਘੜੀਏ ਮਾਰੀਏ, ਪਹਿਰੀ ਲਹਿ ਸਜਾਏ, ਸੋ ਹੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਆਏ। ਹਰ ਪੈਰ ਤੋਂ ਬਾਹਰ ਮਾਰਿਆ ਜਾਂਦਾ ਹੈ, ਹਰ ਘੜੀ ਦੇ 'ਚ ਇਸ ਨੂੰ ਮਾਰ ਪੈਂਦੀ ਹੈ। ਇਸੇ ਤਰ੍ਹਾਂ ਹੀ ਇਹ ਮੇਰਾ ਜੀਵ ਹੈ, ਹਰ ਵਕਤ ਵਿਕਾਰਾਂ ਦੀ ਮਾਰ ਪੈਂਦੀ ਹੈ, ਹਰ ਵਕਤ ਵਾਸ਼ਨਾਵਾਂ ਦੀ ਮਾਰ ਪੈਂਦੀ ਹੈ, ਹਰ ਵਕਤ ਦੁੱਖਾਂ ਦੀ ਮਾਰ ਪੈਂਦੀ ਹੈ। ਕਿਸ ਤਰ੍ਹਾਂ ਜ਼ਿੰਦਗੀ ਦੀ ਰਾਤ ਬਤੀਤ ਕਰੀਏ। ਇਹ ਤੇ ਨਿਰਦੋਸ਼ ਹੈ, ਮਾਰਿਆ ਜਾ ਰਿਹਾ ਹੈ, ਪਰ ਮੇਰੇ ਵਰਗੇ ਦੋਸ਼ੀ ਦਾ ਕੀ ਹਾਲ। ਕਿਤਨੀ ਮਾਰ ਪੈਣੀ ਹੈ, ਕਿਤਨੀ ਮਾਰ ਪੈਣੀ ਹੈ। ਫਰੀਦ ਸਮਝਾ ਰਹੇ ਨੇ, ਇਸ ਘੜਿਆਲ ਦੀ ਤਰ੍ਹਾਂ ਮਾਰ ਤੋਂ ਬਚਣ ਲਈ ਤੂੰ ਖੁਦਾ ਦਾ ਚਿੰਤਨ ਕਰ, ਅਕਾਲ ਪੁਰਖ ਦਾ ਜੋ ਹੈ ਚਿੰਤਨ ਕਰ। ਬਾਬਾ ਫਰੀਦ ਦਾ ਇਹ ਅਮਰ ਕਲਾਮ, ਫਰੀਦ ਦੇ ਸ਼ਲੋਕ ਅਗਮ ਅਗਾਧ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਮੌਜੂਦ ਨੇ। ਇਸ ਸੂਫੀ ਫਕੀਰ ਸਿਰਮੌਰ ਸੰਤ ਨੇ ਦੇਸ਼ ਦਾ ਬਹੁਤ ਵੱਡਾ ਭਰਮਣ ਕੀਤਾ। ਥਾਂ ਥਾਂ 'ਤੇ ਰੱਬੀ ਕਲਾਮ
ਲੋਕਾਂ ਦੇ ਕੰਨਾਂ ਦੇ 'ਚ ਪਹੁੰਚਾਏ। ਇਬਾਦਤ ਨਾਲ ਲੋਕਾਂ ਦੀਆਂ ਝੋਲੀਆਂ ਭਰੀਆਂ। ਆਪ ਦੇ ਨਾਮ ਦੇ ਉੱਤੇ ਪੰਜਾਬ ਦੇ ਸ਼ਹਿਰ ਹੈ ਫਰੀਦਕੋਟ। ਆਪ ਦੇ ਹੀ ਨਾਮ ਦੇ ਉੱਤੇ ਸ਼ਹਿਰ ਹੈ ਫਰੀਦਾਬਾਦ। ਔਰ ਆਪ ਦੀ ਹੀ ਨਾਂ ਦੇ ਉੱਤੇ ਚਿੱਲਾ ਮੌਜੂਦ ਹੈ ਅਜਮੇਰ ਦੇ 'ਚ ਚਿੱਲਾ ਬਾਬਾ ਫਰੀਦ। ਆਪ ਦੀ ਤਰਜ਼ ਜ਼ਿੰਦਗੀ ਸਾਰੀ ਖੁਦਾਈ ਬੰਦਗੀ ਦੇ 'ਚ ਲੰਘੀ ਹੈ। ਇਹਨਾਂ ਸਾਰੇ ਸਲੋਕਾਂ ਨੂੰ ਤੁਝ ਬੁੱਧੀ ਅਨੁਸਾਰ ਵਿਚਾਰ ਦੇ ਕੇ ਮੈਂ ਸੰਗਤਾਂ ਦੀ, ਸਰੋਤਿਆਂ ਦੀ ਝੋਲੀ ਦੇ 'ਚ ਪਾਉਣ ਦੀ ਇੱਕ ਨਿਮਾਣੀ ਕੋਸ਼ਿਸ਼ ਕਰ ਰਿਹਾ।